Welcome back students, good morning to one and all. In the previous video we will do introduction part and first two questions of the exercise 15.1. Now let us continue our topic with exercise 15.1 question number 4. Third question, if you want to do that is a homework actually. So homework you can consider it as a homework. तुसी खुद try करना वा. Question number 3. Question number 4 देखो. 3 coins are tossed simultaneously 200 times. 3 coins आप टॉस किए हैं 1 by 1 करके 200 बार. राइट विद द फॉलोइंग फ्रीकुएंसी डिफरेंट आउटकम्स. ਹੁਣ फ्रीकुएंसी वर्ड ਇੱਥੇ यूज ਹੋਇਆ. फ्रीकुएंसी से मतलब ਹੁੰਦਾ ਵਾ ਵੀ ਕੋਈ ਚੀਜ਼ ਕਿੰਨੀ ਵਾਰ ਆ ਰਹੀ ਹੈ, ਕਿੰਨੀ ਵਾਰੀ ਆਪਣੀ ਕੋਲ ਕੋਈ ਵੈਲਿਊ ਆ ਰਹੀ ਹੈ, ਉਹ फ्रीकुएंसी ਹੁੰਦੀ ਹੈ. ਠੀਕ ਹੈ. ਹੁਣ ਆਊਟਕਮਸ ਕੀ ਨੇ? ਕੋਈ ਵੀ ਕੋਇਨ ਆ 3 ਵਾਰ ਟੌਸ ਕਰਾਂਗੇ ਤਾਂ 3 ਵਾਰ ਹੈਡ ਆਉਣ ਦੇ ਚਾਂਸ ਆ ਨਾ, ਤਾਂ ਉਹਨਾਂ ਨੇ ਹੈਡ ਨੂੰ ਪਕੜਿਆ ਹੋਇਆ ਇੱਥੇ. ਉਹ ਕਹਿੰਦੇ ਆ ਵੀ 3 ਹੈਡ ਆਉਣ ਦੇ ਚਾਂਸ ਕਿੰਨੇ ਆ 23, 2 ਹੈਡ ਆਉਣ ਦੇ ਚਾਂਸਿਸ ਦਿੱਤੇ ਹੋਏ 72, 1 ਹੈਡ ਆਉਣ ਦੀ ਵਾਰੀ ਕਿੰਨੇ ਆ 77, ਕੋਈ ਵੀ ਹੈਡ ਨਹੀਂ ਆਇਆ ਉਹ ਕੇਸਿਸ ਕਿੰਨੇ ਨੇ ਆਪਣੇ ਕੋਲ 28 ਨੇ. ਇਫ 3 coins are simultaneously tossed again, compute the probability of 2 heads coming up. ਪ੍ਰੋਬਿਲਿਟੀ ਆਪਾਂ ਕਿਹਦੀ ਫਾਈਂਡ ਕਰਨੀ ਹੈ ਵੀ 2 ਹੈਡ ਆ ਰਹੇ ਆ. 2 ਹੈਡ ਆਉਣ ਵਾਲੇ ਕੇਸਿਸ ਕਿੰਨੇ ਆ ਆਪਣੇ ਕੋਲ 72. ਇੱਥੋਂ ਦੇਖ ਸਕਦੇ ਹਾਂ ਆਪਾਂ 2 ਹੈਡ ਆਉਣ ਵਾਲੇ ਕੇਸਿਸ ਕਿੰਨੇ ਆ 72 ਤੇ ਟੋਟਲ ਨੰਬਰ ਆਫ ਕੇਸਿਸ ਕਿੰਨੇ ਨੇ ਇਟ ਵਿਲ ਬੀ 200. ਸੋ ਆਪਾਂ ਹੁਣ ਇੱਥੇ ਕੀ ਕਰਾਂਗੇ ਦੇਖੋ ਧਿਆਨ ਨਾਲ. ਪ੍ਰੋਬਿਲਿਟੀ ਆਫ 2 ਹੈਡਸ, 2 ਹੈਡ ਆਉਣ ਵਾਲੇ ਆਪਣੇ ਕੋਲ ਕਿੰਨੇ ਸੀ 72 ਅਪॉन ਕੀ ਆਏਗਾ ਆਪਣੇ ਕੋਲ 200. ਕੈਂਸਲ ਕਰਨਾ ਕਰ ਸਕਦੇ ਹੋ 2 ਦੇ ਟੇਬਲ ਤੇ ਇਟ ਵਿਲ ਬੀ 100 ਐਂਡ ਇਟ ਵਿਲ ਬੀ 2 ਦੇ ਟੇਬਲ ਤੇ 72 ਕਿੰਨੇ ਤੇ ਆਏਗਾ 3 2s ਦਾ 6. ਠੀਕ ਹੈ 6 ਆ ਜਾਏਗਾ 1 ਕੈਰੀ 12 ਹੋ ਗਿਆ 3 6 ਦਾ 12. once again you can cancel it out, it will be 18 over 50. once again you can cancel it out, it will be 9/25. so this will be the answer. ये बुक वाला आंसर है. तुसी ये क्वेश्चन इत्थे लेफ्ट कर देने हो, no problem, you can left your question here also. so this question is completed here. let us move on the next one. well, as you can see the statement of question number 5 that is below the book. okay, an organization selected 2400 families at random and surveyed them to determine a relationship between income level and the number of vehicles in a family. ਇੱਕ ਆਰਗੇਨਾਈਜੇਸ਼ਨ ਆ ਕੋਈ ਵੀ, ਜਿਵੇਂ ਆਪਾਂ ਕਹਿੰਦੇ WHO ਆਰਗੇਨਾਈਜੇਸ਼ਨ ਹੈ ਇੱਕ, ਵਰਲਡ ਹੈਲਥ ਆਰਗੇਨਾਈਜੇਸ਼ਨ, ਕੋਈ ਇਦਾਂ ਦੀ ਹੋਊਗੀ. ਉਹਨਾਂ ਨੇ 2400 ਫੈਮਲੀਜ਼ ਦੇ ਉੱਪਰ ਇੱਕ ਸਰਵੇ ਕੀਤਾ, ਡਿਟਰਮਿਨ ਕੀਤਾ ਰਿਲੇਸ਼ਨਸ਼ਿਪ ਉਹਨਾਂ ਦੇ ਇਨਕਮ ਲੈਵਲ ਤੇ ਨੰਬਰ ਆਫ ਵਹੀਕਲਸ, ਮਤਲਬ ਉਹਨਾਂ ਨੂੰ ਇਨਕਮ ਕਿੰਨੀ ਆ ਤੇ ਉਹਨਾਂ ਦੇ ਘਰੇ ਸਾਧਨ ਜਿਹੜੇ ਹੈਗੇ ਆ ਵਹੀਕਲਸ ਉਹ ਕਿੰਨੇ ਕਿੰਨੇ ਨੇ. ਠੀਕ ਹੈ, ਉਹਦਾ ਇੱਕ ਚਾਰਟ ਬਣਾਇਆ ਹੋਇਆ ਵਾ, ਉਹ ਆ ਨੈਕਸਟ ਪੇਜ 'ਤੇ ਦੇਖਦੇ ਹਾਂ ਆਪਾਂ. ਵੈਲ ਯੂ ਕੈਨ ਸੀ ਹੇਅਰ ਇਨਫੋਰਮੇਸ਼ਨ ਗੈਦਰ ਇਜ਼ ਲਿਸਟਡ ਇਨ ਦਾ ਟੇਬਲ ਬਿਲੋ. ਇਹ ਟੇਬਲ ਤੁਹਾਨੂੰ ਗਿਵਨ ਆਏਗਾ. ਟੇਬਲ ਦੇ ਵਿੱਚ ਕੀ ਆ ਮੰਥਲੀ ਇਨਕਮ ਲੈਸ ਦੈਨ 7000, ਜਿਨ੍ਹਾਂ ਦੀ ਮੰਥਲੀ ਇਨਕਮ 7000 ਤੋਂ ਲੈਸ ਹੈ ਉਹਨਾਂ ਕੋਲ ਉਹ ਵਾਲੀਆਂ ਫੈਮਲੀਜ਼ ਜਿਨ੍ਹਾਂ ਕੋਲ ਕੋਈ ਵਹੀਕਲ ਨਹੀਂ ਹੈ ਉਹ ਫੈਮਲੀਜ਼ ਕਿੰਨੀਆਂ ਨੇ 10 ਫੈਮਲੀਜ਼ ਨੇ. ਉਹ ਵਾਲੀਆਂ ਫੈਮਲੀਜ਼ ਜਿਨ੍ਹਾਂ ਕੋਲ ਇੱਕ ਵਹੀਕਲ ਹੈ ਉਹ ਫੈਮਲੀਜ਼ ਕਿੰਨੀਆਂ ਨੇ 160 ਨੇ ਆਪਣੇ ਕੋਲ. ਨੰਬਰ ਆਫ ਫੈਮਲੀਜ਼ ਉਹ ਵਾਲੀਆਂ ਫੈਮਲੀਜ਼ ਜਿਨ੍ਹਾਂ ਕੋਲ 2 ਵਹੀਕਲ ਨੇ ਅਤੇ ਇਨਕਮ ਲੈਸ ਦੈਨ 7000 ਆ ਉਹ ਕਿੰਨੀਆਂ ਨੇ 25. ਉਹ ਵਾਲੀਆਂ ਫੈਮਲੀਜ਼ ਜਿਨ੍ਹਾਂ ਦੀ ਇਨਕਮ 7000 ਤੋਂ ਘੱਟ ਆ ਬਟ ਵਹੀਕਲ ਕੀ ਆ 2 ਤੋਂ ਜ਼ਿਆਦਾ ਨੇ ਉਹ ਫੈਮਲੀਜ਼ ਕਿੰਨੀਆਂ ਨੇ 0, ਮਤਲਬ ਉਹ ਕੋਈ ਫੈਮਲੀ ਨਹੀਂ. ਸਿਮਿਲਰਲੀ ਇਹਨਾਂ ਨੇ ਬਾਕੀ ਫੈਮਲੀਜ਼ ਦੀ ਡਿਟੇਲ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਬੁੱਕ ਦੇ ਉੱਪਰ ਗਿਵਨ ਦਿੱਤੀ ਹੋਈ ਹੈ ਵੀ ਉਹ ਫੈਮਲੀਜ਼ ਜਿਵੇਂ ਮੰਨ ਲਓ ਇੱਥੇ ਮੈਂ ਗੱਲ ਕਰਾਂ ਜਿਨ੍ਹਾਂ ਦੀ ਇਨਕਮ 13000 ਤੋਂ 16000 ਦੇ ਵਿੱਚ ਆਉਂਦੀ ਹੈ, ਜਿਨ੍ਹਾਂ ਕੋਲ 0 ਵਹੀਕਲ ਆ, ਕੋਈ ਵਹੀਕਲ ਤਾਂ ਵੀ ਨਹੀਂ ਹੈਗਾ ਉਹਨਾਂ ਦੇ ਘਰੇ, ਉਹ ਫੈਮਲੀ ਸਿਰਫ 2 ਹੀ ਨੇ. 2400 ਦੇ ਵਿੱਚੋਂ ਸਿਰਫ 2 ਫੈਮਲੀਜ਼ ਨੇ ਜਿਨ੍ਹਾਂ ਕੋਲ ਵਹੀਕਲ ਹੈ ਨਹੀਂ ਬਟ ਇਨਕਮ 13000 ਤੋਂ 16000 ਦੇ ਵਿੱਚ. ਇੱਕ ਵਹੀਕਲ ਵਾਲੀਆਂ ਹੈਗੀਆਂ ਨੇ 469, 2 ਵਹੀਕਲ ਵਾਲੀਆਂ ਹੈਗੀਆਂ 59, 3 ਵਹੀਕਲਸ ਵਾਲੀਆਂ ਹੈਗੀਆਂ ਨੇ ਅਬਵ 2 ਮਤਲਬ 3 ਜਾਂ 3 ਤੋਂ ਜ਼ਿਆਦਾ ਵੀ ਹੋ ਸਕਦੇ ਆ. ਉਹ ਫੈਮਲੀਜ਼ ਕਿੰਨੀਆਂ ਨੇ 25 ਨੇ. ਹੁਣ ਜਿਨ੍ਹਾਂ ਦੀ ਇਨਕਮ 16000 ਜਾਂ ਉਸ ਤੋਂ ਜ਼ਿਆਦਾ ਹੈ, ਕੋਈ ਵਹੀਕਲ ਨਹੀਂ ਹੈ, ਇੱਕੋ ਹੀ ਫੈਮਲੀ ਹੈ ਉਹ ਜੀ. ਠੀਕ ਹੈ, ਉਸ ਤੋਂ ਬਾਅਦ ਜਿਨ੍ਹਾਂ ਕੋਲ ਇੱਕ ਵਹੀਕਲ ਆ ਉਹ ਹੈਗੀਆਂ ਨੇ 579 ਫੈਮਲੀਜ਼. ਜਿਨ੍ਹਾਂ ਕੋਲ 2 ਵਹੀਕਲ ਨੇ ਉਹ ਹੈਗੀਆਂ 82 ਫੈਮਲੀਜ਼. ਜਿਨ੍ਹਾਂ ਕੋਲ ਅਬਵ 2 ਵਹੀਕਲਸ ਨੇ, ਇਨਕਮ 16000 ਤੋਂ ਜ਼ਿਆਦਾ ਵਾ, ਉਹ ਆਪਣੇ ਕੋਲ ਇੰਨੀਆਂ ਫੈਮਲੀਜ਼ ਨੇ. ਸਪੋਜ਼ ਅ ਫੈਮਲੀ ਇਜ਼ ਚੂਜ਼ਨ, find the probability that the family chosen is earning 10000 to 13000 per month owning exactly 2 vehicles. ਆਪਾਂ ਉਹ ਵਾਲੀ ਫੈਮਲੀ ਦੀ ਗੱਲ ਕਰਾਂਗੇ ਜਿਹਦੀ ਇਨਕਮ ਕਿੰਨੀ ਆ 10000 ਤੋਂ 13000 ਤੱਕ ਆ ਅਤੇ ਉਹ owning exactly 2 vehicles. exactly 2 vehicles ਦਾ ਮਤਲਬ 2 ਵਹੀਕਲ ਵਾਲੀਆਂ ਫੈਮਲੀਆਂ ਦੇਖਣੀਆਂ ਨੇ ਅਤੇ ਇਨਕਮ ਕਿੰਨੇ ਵਾਲੀ ਦੇਖਣੀ ਆ ਆਪਾਂ 10000 ਤੋਂ 13000 ਦੇ ਵਿੱਚ. ਦੇਖੋ 10000 ਤੋਂ 13000 ਇੱਥੇ ਹੈ, ਇਹਦੇ ਮੈਂ ਬਿਲਕੁਲ ਸਾਹਮਣੇ ਚਲਾ ਜਾਊਂਗਾ ਅਤੇ 2 ਵਹੀਕਲ ਵਾਲੀਆਂ ਫੈਮਲੀਆਂ ਇੱਧਰੋਂ ਮੈਂ ਨੀਚੇ ਨੂੰ ਆ ਜਾਊਂਗਾ ਬਿਲਕੁਲ ਸੇਮ. ਤਾਂ ਆਹ ਵਾਲੇ ਨੰਬਰ ਆਫ ਫੈਮਲੀਜ਼ ਮਿਲ ਗਈਆਂ ਮੈਨੂੰ. ਠੀਕ ਹੈ, ਇਟ ਵਿਲ ਬੀ 29. ਸੋ ਇਹਦਾ ਸੋਲਿਊਸ਼ਨ ਦੇਖਦੇ ਹਾਂ ਆਪਾਂ ਕਿੰਨਾ ਆਏਗਾ.
सो देखो फैमिलीज जिन्हां दी इनकम हैगी है 10,000 तो 13,000 तक विद 2 ਵਹੀਕਲਸ एग्जैक्टली, जिन्होंने कोल 2 ही वहीकल होन एग्जैक्टली वो फैमिलीज़ ने अपने कोल 29 ओवर अपने कोल की आएगा टोटल नंबर ऑफ फैमिलीज़। टोटल नंबर ऑफ फैमिलीज़ आपां पता कितनी सी 2400। सो दिस विल बी द आंसर ऑफ फर्स्ट पार्ट। सैकेंड पार्ट की स्टेटमेंट देखते हैं। सैकेंड पार्ट दे विच आपां नूं की कह रहा वा, अर्निंग 16,000 और मोर पर मंथ, 16,000 या उस तो ज़्यादा आ वाला गल कर रहे हैं। एंड ऑनिंग एग्जैक्टली 1 वहीकल, एग्जैक्टली 1 जो गल होंगी तो आप इत्थे यूज़ करेंगे। आ एग्जैक्टली 1 है ना, ये सामने ये वाला आ रहा है, तो यदा आंसर अपने कितना आएगा एग्जैक्टली 1 वहीकल। क्वेश्चन नंबर 5 सैकेंड पार्ट, 1 वहीकल विद 16,000 और मोर इनकम, तो वह अपने को आंसर कितना आएगा 1 वहीकल वाले का, इट विल बी 579/2400। थर्ड पार्ट की गल करते हैं, अर्निंग लैस दैन 7,000 पर मंथ एंड डज नॉट ऑन एनी वहीकल, 7,000 तो भी घट इनकम है जिन्होंने फैमिलीज़ की लैस दैन 7,000 तो कोई भी वहीकल नहीं है, वो वाली फैमिलियाँ देखनिया ने। 7,000 तो घट इनकम आ पई है, कोई भी वहीकल नहीं है, मतलब जीरो वहीकल वाली फैमिलीज़ कितनियाँ ने अपने को 10 फैमिलीज़ ने। ठीक है, सो इसका आंसर अपने को आएगा थर्ड पार्ट का, probability of earning less than 7,000 and having 0 vehicles, it will be कितनी फैमिलीज ने 10/2400। 0 नाल 0 कैंसिल करनी है, कर भी सकते हो एज योर विश। इफ यू डोंट वांट टू कैंसिल इट, इट्स ओके, इट विल बी सेम। Afterwards, fourth part is earning 13,000 to 16,000 per month, earning more than 2 vehicles, more than 2 vehicles, above 2 vehicles वाला ए है। 13,000 to 16,000 ए वाला है, तो फैमिलीज़ कितनी ने 25 फैमिलीज़ ने। सो फोर्थ का अपने को आंसर जो आएगा प्रोबेबिलिटी, उस इवेंट में मैं ई का नाम दे देना। सो आंसर इज वहीकल नंबर ऑफ व्हीकल्स के 25, सो इट विल बी 25 over 2400। Now let us see the last part, owning not more than 1 vehicle। उन्हें इनकम की गल ही नहीं की, वो ये कह रहा वा भी वो वाली फैमिली जिन्होंने को एक तो ज़्यादा वहीकल ना हो। एक तो ज़्यादा वहीकल ना होने का मतलब की आ, वह मतलब ये है भी हो सकता वो फैमिलीज़ को 0 वहीकल हो सकता एक वहीकल हो, बट एक तो ज़्यादा नहीं। इनकम की गल नहीं की तो आप सारे के सारे कंसीडर करांगे, तो वो वाली फैमिलीज़ हूँ ये पार्ट ध्यान नाल समझना, दिस इज़ एन इंपॉर्टेंट पार्ट। ऑनिंग not more than 1 वहीकल, इस चीज़ की प्रोबेबिलिटी फाइंड करनी है, तो प्रोबेबिलिटी यदि आएगी 0 वहीकल प्लस 1 वहीकल वाली। ठीक है, पहले तो आप लैस दैन 700 वाली फैमिली की गल करांगे, वो की है लैस दैन 700, 0 वहीकल वाली 10 ने प्लस 1 वहीकल वाली 160 ने, ये हैगी सी 7,000 लैस दैन 7,000 वाली प्लस उस तो बाद आप गल करांगे 7,000 तो 10,000 वाली फैमिलीज़, वो 0 वहीकल वाली फैमिली 0 ने, 1 वहीकल वाली फैमिली हैगी 305, ये हैगियां ने 7,000 तो 10,000 वाली प्लस ये आप ऐड करांगे 10,000 तो 13,000 वाली 0 वहीकल वाली फैमिली एक ही है, चार्ट से देख सकते हो। ठीक है, प्लस आप की करांगे वो 1 वहीकल वाली जी फैमिली वो कितनी ने 535, इट विल बी 535। ये फैमिली सीगियां 10 तो 13 इनकम वाली। हुण आप गल करांगे प्लस 13 तो 16 वाली इनकम वाली, 0 वहीकल वाली फैमिलीज़ 2 ने। ठीक है जी, उस तो बाद जो अपने को फैमिलीज़ ने 1 वहीकल वाली है 469, ये है फैमिलीज़ 13 तो लैके 16 वालियाँ प्लस की करांगे आप जो फैमिलीज़ ने 16,000 तो ज़्यादा वाली 0 वहीकल वाली फैमिली एक ही सी, 1 वहीकल वाली फैमिली हैगी 579। सो इहदा ये हैगा 16 एंड मोर 16,000 तो उस तो ज़्यादा वाली फैमिलीज़। तुसीं सारे के सारे नंबरस जो ऊपर लिखे हुए ब्रैकेटेड नंबरस ने इन्हों प्लस करोगे एंड यू विल गेट योर आंसर। प्लस करके जो आएगा ऊपर लिखना है, अपॉन आएगा अपने को 2400। सो दिस विल बी द आंसर ऑफ योर रिक्वायर्ड। आई थिंक नियर अबाउट 22
हाँ 2200 समथिंग ਇਹਦਾ आंसर आएगा नियर अबाउट, सो यू कैन कैलकुलेट इट एंड सॉल्व इट हेयर। ओके सो हेयर योर 5th क्वेश्चन इज ओवर। नाउ ਬੱਚੇ 6th क्वेश्चन ਦੀ ਗੱਲ ਕਰਦੇ ਹਾਂ ਆਪਾਂ। 6th क्वेश्चन ਆਪਣੇ ਕੋਲ ਕੀ ਹੈ ਦੇਖੋ, ਕਹਿੰਦਾ ਰੈਫਰ ਟੂ ਟੇਬਲ 14.7 ਚੈਪਟਰ ਨੰਬਰ 14.7 ਦਾ ਕੋਈ ਟੇਬਲ ਹੈ। ਫਾਈਂਡ ਦ ਪ੍ਰੋਬਿਲਿਟੀ ਆਫ ਦ ਸਟੂਡੈਂਟਸ obtained less than 20% in mathematics test। फाइंड द प्रोबेबिलिटी दैट स्टूडेंट obtain मार्क्स 60 और अबव। एक टेबल दिता होगा वो आप इदा के स्टूडेंट्स लभने हैं। दिस क्वेश्चन इज़ योर होमवर्क क्वेश्चन, तुसी ये क्वेश्चन खुद फाइंड करोगे, उन्होंने दिता होया भी ये क्वेश्चन है कित्थे, सो ਉਹਦੇ अकॉर्डिंग तुसी इहनूं फाइंड करके सॉल्व करोगे। आफ्टरवर्ड्स क्वेश्चन नंबर 7 की गल करते हैं। क्वेश्चन नंबर 7 की स्टेटमेंट की है अपने को, टू नो द ओपीनियन ऑफ द स्टूडेंट्स अबाउट द सबजैक्ट स्टैटिस्टिक्स। ओपीनियन का मतलब होंगे वा भी आप राय लै रहे हैं बच्चों की भी उन्होंने स्टैटिस्टिक्स किद्दां लग रहा वा। अ सर्वे ऑफ 200 स्टूडेंट्स वाज कंडक्टेड, द डाटा इज़ रिकॉर्डेड एज फॉलोइंग टेबल। कहने 200 बच्चों सिलेक्ट किया गया, उन्होंने पूछा गया स्टैट बारे, स्टैट की है तो टेबल नीचे लिखे। जोड़े बच्चे स्टैट लाइक करते सी वो हैगा 135, जोड़े बच्चे कहते नहीं नहीं स्टैट तो बिल्कुल ही वधिया नहीं है, चैप्टर इदा वा, ग्राफ बहुत बनाने पैंदे, कैलकुलेशन ज़्यादा वा, कुछ इदा उदा या मतलब बोल रहे सी, वो बच्चे किन्ने ने सिर्फ 65 ने। तो हुण आपां इस क्वेश्चन दे विच करना की है, फाइंड द प्रोबेबिलिटी दैट अ स्टूडेंट चूजन एट रैंडम, जिहड़ा चूज किया गया स्टूडेंट आ वो स्टैटिस्टिक लाइक करता है। स्टैटिस्टिक्स नूं लाइक करने वाले किन्ने हैं 135। टोटल नंबर ऑफ स्टूडेंट्स अपने कोल किन्ने हैं, इट विल बी 200। सो दिस विल बी द आंसर ऑफ योर 7th क्वेश्चन, जिहड़े तां लाइक करते हैं स्टैटिस्टिक्स नूं। जिहड़े स्टूडेंट सैकेंड पार्ट से डोंट लाइक इट मतलब डिसलाइक करते हैं, डिसलाइक वाले किन्ने हैं 65 अपॉन कितना आएगा टोटल नंबर ऑफ स्टूडेंट्स 200। सो दिस विल बी द आंसर ऑफ योर क्वेश्चन नंबर 7। 8th क्वेश्चन इज अगेन रेफर टू क्वेश्चन नंबर 2 एक्सरसाइज 14.2 को रेफरेंस वाला क्वेश्चन है, तुसी वो टेबल लभ के उतों क्वेश्चन कर सकते हो। इफ यू आर फर्दर हैविंग प्रॉब्लम इन दिस क्वेश्चन दैन यू कैन कॉन्टैक्ट मी, you can call me or you can message me that we are not able to solve this question. I will send you the statement as well as its answer. So these questions are some questions I am giving you as a homework which are not actual statement. If actual statement is not there na in any question, that is your homework. You have to solve that questions by your own self. Okay, so try to solve it questions. Don't avoid these type of questions because from the point of exams these questions are as important as the other questions। ठीक है, सो ये ना सोचो भी ये एग्जाम से नहीं आने, हो सकता है यही एग्जाम च आ जान, सो इन्हों इग्नोर नहीं करना। सो नाउ लेट अस मूव ऑन द नेक्स्ट वन। वेल स्टूडेंट्स, यू कैन सी हेयर एक्टिविटी 9 एंड एक्टिविटी 10। वी आर नॉट गोइंग टू सॉल्व दीज एक्टिविटीज़, दीज आर नॉट अ पार्ट ऑफ योर सिलेबस। एक्टिविटीज़ आप नहीं करांगे प्रोबेबिलिटी चैप्टर चों। लेट अस सी द 11th क्वेश्चन। 11 बैग्स ऑफ व्हीट फ्लोर ईच मार्क्ड 5 kg। तुसीं कदे आटे वाली चक्की ते गए होवोगे या करियाने की शॉप ते गए होवोगे, उत्थे आटे दी थैलियां पईयां हुंदियां, उत्थे लिखिया हुंदा भी ये 5 किलो वाली है 10 किलो वाली है। वो कहंदा एक जगह ते 11 थैलियां पईयां सी 11 बैग्स, उन्हां दे उपर लिखा होया सी 5 किलो, एक्चुअली कंटेन्ड द फॉलोइंग वेट्स ऑफ द फ्लोर। पर 5 किलो लिखिया होया सी, ठीक है लिखिया है, ਆਪਾਂ ਨੂੰ ਵੀ ਪਤਾ ਵਾ ਜਦੋਂ ਆਪਾਂ ਆਟੇ ਦਾ ਬੈਗ ਚੱਕ ਕੇ ਇੱਧਰ ਉੱਧਰ ਰੱਖਦੇ ਹਾਂ ਉਹ ਆਟਾ ਉਹ ਤੋਂ ਝੜਦਾ ਰਹਿੰਦਾ ਥੋੜ੍ਹਾ ਬਹੁਤ, ਠੀਕ ਹੈ। ਜਾਂ ਫਿਰ ਫਿਲਿੰਗ ਵੇਲੇ ਥੋੜ੍ਹਾ ਬਹੁਤ ਆਟਾ ਕਈ ਵਾਰੀ ਵੱਧ ਵੀ ਪਾਇਆ ਜਾ ਸਕਦਾ ਉਹਦੇ 'ਚ, ਮਤਲਬ ਵੱਧ ਵੀ ਪੈਂਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿਤੇ ਨਾ ਕਿਤੇ ਵੀ ਥੋੜ੍ਹਾ ਬਹੁਤ ਇਹ ਉੱਡ ਕੇ ਜਾਂ ਝੜ ਕੇ ਇਹਨੇ ਨਿਕਲ ਜਾਣਾ ਵਾ, ਵੀ ਵੇਟ ਇਹਦਾ ਉਹਨਾਂ ਨਹੀਂ ਰਹਿਣਾ। ਸੋ ਦੇਖਦੇ ਹਾਂ ਐਕਚੁਅਲ ਵੇਟ ਉਹਨਾਂ ਦਾ ਕਿੰਨਾ ਕਿੰਨਾ ਸੀ। ਪਹਿਲੀ ਦਾ ਸੀਗਾ 4.97 मतलब 4 किलो 970 ग्राम, दूसरी ਸੀਗੀ 5 किलो 50 ग्राम ਦੀ, ਤੀਸਰੀ ਸੀ 5 किलो 8 ग्राम ਦੀ, ਚੌਥੀ ਸੀ 5 किलो 3 ग्राम, ਪੰਜਵੀਂ ਜੋ ਥੈਲੀ ਆਪਾਂ ਨੂੰ ਦਿੱਤੀ ਹੋਈ ਆ ਉਹ ਪੂਰੇ 5 ਕਿਲੋ ਦੀ ਸੀ। ਦੈਨ ਅਗੇਨ ਫਰਦਰ ਯੂ ਕੈਨ ਸੀ ਆ ਸਾਰੀਆਂ ਥੈਲੀਆਂ ਦੇ ਵੇਟ ਆਪਾਂ ਨੂੰ ਦਿੱਤੇ ਹੋਏ ਆ। ਫਾਈਂਡ ਦ ਪ੍ਰੋਬੇਬਿਲਿਟੀ ਦੈਟ ਐਨੀ ਆਫ 3 ਬੈਗਸ ਚੂਜ਼ਨ ਐਟ ਰੈਂਡਮ ਕੰਟੇਨਿੰਗ ਮੋਰ ਦੈਨ 5 kg ਫਲੋਰ, ਮੋਰ ਦੈਨ 5 kg ਫਲੋਰ, ਉਹ ਵਾਲੀਆਂ ਥੈਲੀਆਂ ਚੂਜ਼ ਕਰਨੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਵੀਟ ਆ ਆਟਾ ਵਾ, ਠੀਕ ਹੈ, ਉਹ ਕੀ ਹੋਣਾ ਚਾਹੀਦਾ ਵਾ 5 kg ਤੋਂ ਜ਼ਿਆਦਾ। ਪਹਿਲੀ ਥੈਲੀ 'ਚ 5 kg ਤੋਂ ਲੈਸ ਹੈ, ਦੂਸਰੀ ਇਹਦੇ 'ਚ ਜ਼ਿਆਦਾ, एक टिक लगा लेने, ये भी 5 kg तो ज़्यादा, ये भी इक्वल टू 5 kg नहीं चूज़ करांगे। उस तो बाद ये भी 5 kg तो ज़्यादा, ये भी मोर है, ये लैस है, ये भी मोर है 5 kg वाले तो, ये भी 5 kg तो मोर है, ये कंप्लीट 5 kg इन्हों आप नहीं चूज़ करांगे। तो किन्ने हो गए 1 2 3 4 5 6 7 टोटल किन्ने हो गए अपने को 7। सो आप इसका आंसर कितना लिखांगे बेटा, देखो प्रोबेबिलिटी ऑफ मोर दैन 5 kg वीट जिन्हों के 5 किलो तो ज़्यादा वीट है, वो प्रोबेबिलिटी कितनी आएगी, आप काउंट किया 7 बाय की आएगा टोटल नंबर ऑफ बैग्स, टोटल नंबर ऑफ बैग्स कितने सी 11। सो दिस विल बी द आंसर ऑफ योर रिक्वायर्ड क्वेश्चन। आफ्टरवर्ड्स यू कैन सी हियर क्वेश्चन नंबर 12 and 13।
these are the two questions. Question number 5 in exercise 14.2, ठीक है जी. आफ्टरवर्ड्स क्वेश्चन नंबर 1 इन एक्सरसाइज 14.2. ਇਹ ਦੋ ਕੁਐਸਚਨਸ ਦੀ ਆਪਾਂ ਸਟੇਟਮੈਂਟ ਦੇਖਦੇ ਹਾਂ, ਸਮਝਦੇ ਹਾਂ ਵੀ ਉਹ ਕੀ ਕਹਿ ਰਹੇ ਆ. ਕਹਿੰਦਾ you were asked to prepare a frequency distribution table regarding the concentration of sulfur dioxide in air in the parts of per million of a certain city for 30 days. Using this table, find the probability that concentration of sulfur dioxide in the interval this one on any of these days. ਇਹਨਾਂ ਦਿਨਾਂ ਦੇ ਵਿੱਚ ਜਦੋਂ ਸਲਫਰ ਡਾਈਆਕਸਾਈਡ 30 ਦਿਨਾਂ ਦੇ ਵਿੱਚ ਆਪਾਂ ਸਲਫਰ ਡਾਈਆਕਸਾਈਡ ਕਿੰਨੀ ਪ੍ਰੈਜ਼ੈਂਟ ਆ, ਕਿੰਨੇ ਉਹਦੇ ਚੇਂਜਸ ਆ ਰਹੇ ਉਹ ਫਾਈਂਡ ਕਰਨੇ ਆ. ਉਹਨਾਂ ਦਿਨਾਂ ਦੇ ਵਿੱਚ ਉਹਨੇ ਇੰਟਰਵਲ ਕਿਹੜਾ ਸਿਲੈਕਟ ਕੀਤਾ ਵਾ, ਆਹ ਵਾਲਾ. ਤਾਂ ਆਪਾਂ ਇਹ ਵਾਲੇ ਇੰਟਰਵਲ 'ਚ ਇਹ ਦੇਖਾਂਗੇ. ਦੇਖੋ ਰਾਜੀ, ਤੁਹਾਨੂੰ ਪਤਾ ਵਾ ਸਟੈਟ ਦੇ ਵਿੱਚ ਆਪਾਂ ਜਦੋਂ ਇੰਟਰਵਲ ਦੇਖਦੇ ਹਾਂ ਆਪਾਂ ਆਹ ਵਾਲੀ ਵੈਲਿਊ ਇਨਕਲੂਡ ਨਹੀਂ ਕਰਦੇ ਹੁੰਦੇ, ਆਪਾਂ ਸਿਰਫ ਆਹ ਵਾਲੀ ਵੈਲਿਊ ਇਨਕਲੂਡ ਕਰਦੇ ਹੁੰਦੇ ਹਾਂ. ਠੀਕ ਹੈ, ਮਤਲਬ ਤੁਸੀਂ 0.12 ਤੋਂ ਲੈ ਕੇ 0.16 ਤੋਂ ਘੱਟ ਵਾਲੀਆਂ ਵੈਲਿਊਜ਼ ਜਿੰਨੀਆਂ ਵੀ ਉਹ 'ਚ ਆਉਂਦੀਆਂ ਹੋਣਗੀਆਂ 30 ਡੇਜ਼ ਦੇ ਵਿੱਚ ਉਹ ਕਾਊਂਟ ਕਰੋਗੇ ਅਪੋਨ 30 ਕਰਕੇ ਉਹਦਾ ਆਨਸਰ ਕੱਢੋਗੇ. ਠੀਕ ਹੈ, ਸੋ ਦਿਸ ਵਿਲ ਬੀ ਦਾ ਕੁਐਸਚਨ ਦੈਟ ਯੂ ਹੈਵ ਟੂ ਡੂ. ਆਫਟਰਵਰਡਸ in question number 1 exercise 14.2, you were asked to prepare a frequency distribution table regarding the blood group of 30 students of class. blood group ਵਾਲਾ ਕੁਐਸਚਨ ਤੁਹਾਨੂੰ ਯਾਦ ਹੋਣਾ, ਸਟੈਟ 'ਚ ਆਪਾਂ ਕਰਕੇ ਆਏ ਹਾਂ. A B C ਬਲੱਡ ਗਰੁੱਪ ਸੀਗੇ ਨਾ, not C, A B, ਉਸ ਤੋਂ ਬਾਅਦ ਸੀਗਾ AB, ਉਸ ਤੋਂ ਬਾਅਦ O ਬਲੱਡ ਗਰੁੱਪ ਵਾਲੀ ਸੀ. 4 ਤਰ੍ਹਾਂ ਦੇ ਬਲੱਡ ਗਰੁੱਪ ਹੁੰਦੇ ਆ. 30 ਸਟੂਡੈਂਟ ਦਾ ਬਲੱਡ ਗਰੁੱਪ ਉਹਨਾਂ ਨੇ ਟੈਸਟ ਕੀਤਾ ਸੀ. ਯੂਜ਼ ਦਿਸ ਟੇਬਲ ਟੂ ਡਿਟਰਮਿਨ ਦ ਪ੍ਰੋਬੇਬਿਲਿਟੀ ਦੈਟ ਸਟੂਡੈਂਟ ਆਫ ਦਿਸ ਕਲਾਸ ਸਿਲੈਕਟਡ ਐਟ ਰੈਂਡਮ ਹੈਵਿੰਗ ਬਲੱਡ ਗਰੁੱਪ AB. ਤਾਂ ਜਿੰਨਿਆਂ ਦਾ ਬਲੱਡ ਗਰੁੱਪ AB ਆ ਉਹ ਆਪਾਂ ਕੈਲਕੂਲੇਟ ਕਰ ਲੈਣੇ, ਕਾਊਂਟ ਕਰ ਲੈਣੇ ਆ. ਅਪੋਨ ਕਿੰਨਾ ਲਗਾਵਾਂਗੇ ਆਪਾਂ, ਸਟੂਡੈਂਟਸ ਟੋਟਲ ਕਿੰਨੇ ਆ 30, ਤਾਂ ਅਪੋਨ ਆਪਾਂ ਲਗਾਵਾਂਗੇ ਉਹਦੀ 30. ਸੋ ਯੂ ਵਿਲ ਗੈਟ ਦ ਆਨਸਰ ਆਫ ਦਿਸ ਕੁਐਸਚਨ. ਇਹਨਾਂ ਦੀ ਸਟੇਟਮੈਂਟ ਦੇ ਲਈ ਤੁਹਾਨੂੰ ਜੋ ਆ ਵਰਡਿੰਗ ਲਿਖੀ ਹੋਈ ਹੈ ਕੁਐਸਚਨ ਨੰਬਰ 5 ਐਕਸਰਸਾਈਜ਼ 14.2 ਉੱਥੇ ਜਾਣਾ ਪਏਗਾ ਅਤੇ ਕੁਐਸਚਨ ਨੰਬਰ 1 ਐਕਸਰਸਾਈਜ਼ 14.2 ਦਾ question follow karna payega. Thank you. So here we will over our topic. Thank you and have a wonderful day. I hope so this topic is clear to you and this topic is quite easy as compared to other topics. So stay safe and stay home.